ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਆਪ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਸਿੱਖ ਫਲਸਫੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ। ਅਕਾਲ ਪੁਰਖ ਬਾਰੇ ਗੱਲ ਕੀਤੀ ਹੈ, ਗੁਰੂ ਬਾਰੇ ਗੱਲ ਕੀਤੀ ਹੈ, ਨਾਮ ਬਾਰੇ ਗੱਲ ਕੀਤੀ ਹੈ, ਸਤ ਸੰਗਤ ਬਾਰੇ ਗੱਲ ਕੀਤੀ ਹੈ। ਔਰ ਗੁਰਮਤਿ ਦੇ ਵਿੱਚ ਗੁਰਬਾਣੀ 'ਚ ਜਿਹੜਾ ਇੱਕ ਹੋਰ ਵੱਡਾ ਪਹਿਲੂ ਬਾਰ ਕੇ ਗੱਲ ਕੀਤੀ ਗਈ ਹੈ, ਕਾਲ ਦੀ ਗੱਲ, ਮੌਤ ਦੀ ਗੱਲ, ਰੱਬ ਤੇ ਮੌਤ ਨੂੰ ਯਾਦ ਰੱਖਣ ਵਾਲੀ ਗੱਲ ਕੀਤੀ ਗਈ ਜਿਹੜੀ, ਉਹਦੇ ਬਾਰੇ ਵੀ ਉਹ ਸਿੱਖ ਫਲਸਫਾ ਉਹਦੇ ਬਾਰੇ ਕੀ ਕਹਿੰਦਾ, ਉਹ ਗੱਲ ਆਪਾਂ ਹੁਣ ਸਿੰਘ ਸਾਹਿਬ ਜੀ ਨਾਲ ਕਰਦੇ ਹਾਂ। ਪਰ ਗੱਲਬਾਤ ਕਰਨ ਤੋਂ ਪਹਿਲਾਂ ਸਿੰਘ ਸਾਹਿਬ ਨੂੰ ਜੀ ਆਇਆਂ ਆਖਦੇ ਹਾਂ, ਫਤਿਹ ਸਾਂਝੀ ਕਰਦੇ ਸਿੰਘ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਗੁਰਬਾਣੀ ਦੇ ਵਿੱਚ ਮੌਤ ਦੀ ਗੱਲ ਬਹੁਤ ਵਾਰ-ਵਾਰ ਕੀਤੀ ਗਈ ਆ, ਕਾਲ ਦੀ ਗੱਲ, ਮੌਤ ਦੀ ਗੱਲ। ਕਾਲ ਜਾਂ ਮੌਤ ਦੀ ਪਰਿਭਾਸ਼ਾ ਕੀ ਆ, ਗੁਰਬਾਣੀ 'ਚ ਇਹਦਾ ਕਨਸੈਪਟ ਕੀ ਆ? ਇਹ ਵੀ ਇੱਕ ਅਹਿਮ ਸੰਕਲਪ ਹੈ ਸਿੱਖ ਧਾਰਾ ਦਾ ਜੀ। ਕਾਲ ਦੇ ਅੱਖਰੀ ਅਰਥ ਜੇ ਅਸੀਂ ਦੇਖੀਏ ਨਾ ਤੇ ਕਾਲ ਸਮੇਂ ਨੂੰ ਵੀ ਕਿਹਾ ਗਿਆ ਜੀ। ਕਾਲ ਜਿਹੜਾ ਹੈ ਇਹ ਮੌਤ ਨੂੰ ਵੀ ਕਿਹਾ ਗਿਆ ਜੀ। ਔਰ ਕਾਲ ਸਪੇਸ ਨੂੰ ਵੀ ਕਿਹਾ ਗਿਆ ਜੀ। ਗੁਰਬਾਣੀ ਦੇ ਵਿੱਚ ਜਿਹੜਾ ਮਹਾਰਾਜ ਦਾ ਸਾਨੂੰ ਉਪਦੇਸ਼ ਹੈ ਉਹ ਇਹ ਹੈ ਕਿ ਜੋ ਚੀਜ਼ ਸੰਸਾਰ 'ਚ ਜਨਮੀ ਹੈ ਉਹ ਕਾਲ ਦੇ ਅਧੀਨ ਹੈ। ਕਾਲ ਦੇ ਵਿੱਚ ਉਹਦਾ ਜਨਮ ਹੋਇਆ ਜੀ, ਤੇ ਕਾਲ ਦੇ ਵਿੱਚ ਹੀ ਉਹਦੀ ਮ੍ਰਿਤੂ ਹੋਣੀ ਜੀ। ਜਦੋਂ ਉਹਦਾ ਜਨਮ ਹੋਇਆ ਉਹਦਾ ਇੱਕ ਵਕਤ ਸੀ ਜੀ, ਤੇ ਜਦੋਂ ਉਹਦੀ ਮ੍ਰਿਤੂ ਹੋਣੀ ਹੈ ਉਦੋਂ ਵੀ ਇੱਕ ਵਕਤ ਹੋਏਗਾ ਜੀ। ਅਸੀਂ ਸਾਰੇ ਹੀ ਸੰਸਾਰ ਦੇ ਜਿਹੜੇ ਲੋਕ ਜਿਹੜੇ ਪੈਦਾ ਹੋਏ ਆ ਜਾਂ ਜਿਨ੍ਹਾਂ ਨੇ ਪੈਦਾ ਹੋਣਾ ਹੈ ਜਾਂ ਜਿਹੜੇ ਪੈਦਾ ਹੋ ਚੁੱਕੇ ਨੇ, ਉਹ ਕਾਲ ਦੇ ਜਾਲ ਦੇ ਵਿੱਚ ਬੱਝੇ, ਸਮੇਂ ਦੇ ਚੱਕਰ 'ਚ ਘੁੰਮ ਰਿਹਾ। ਠੀਕ ਹੈ ਜੀ। ਜੀ ਹਾਂ। ਜਿਵੇਂ ਇੱਕ ਅਸੀਂ ਸ਼ਬਦ ਪੜ੍ਹਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਉਹ ਕਹਿੰਦੇ ਜਾਲ ਬੱਧੇ ਸਭ ਹੀ ਮ੍ਰਿਤ ਕੇ, ਕੋ ਰਾਮ ਰਸੂਲ ਨਾ ਬਾਚਨ ਪਾਇਓ। ਜੀ ਹਾਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਾਈ ਰੇ ਇਉਂ ਸਿਰ ਜਾਣਹੁ ਕਾਲ, ਜਿਉਂ ਮੱਛੀ ਤਿਉਂ ਮਾਨਸਾ ਪਵੈ ਅਚਿੰਤਾ ਜਾਲ। ਹਾਂਜੀ। ਜਿਸ ਚੀਜ਼ ਨੇ ਜਨਮ ਲਿਆ ਸਮੇਂ ਦੇ ਅਧੀਨ, ਸਮੇਂ ਦੇ ਵਿੱਚ ਜੀ, ਉਹਦੀ ਜਿਹੜੀ ਮ੍ਰਿਤੂ ਹੈ ਉਹ ਯਕੀਨਨ 101% ਪੱਕੀ ਹੈ। ਜੀ। ਜਿਹਦਾ ਜਨਮ ਹੁੰਦਾ ਹੈ ਉਹਦਾ ਵਿਕਾਸ ਹੁੰਦਾ ਜੀ, ਔਰ ਉਹਦਾ ਅੰਤ ਵੀ ਹੁੰਦਾ ਹੈ। ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਅਸੀਂ ਸ਼ਬਦ ਪੜ੍ਹਦੇ ਹਾਂ, ਉਹ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ। ਹਾਂਜੀ। ਜਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅਸੀਂ ਸ਼ਬਦ ਪੜ੍ਹਦੇ ਹਾਂ, ਉਹ ਕਹਿੰਦੇ ਜੋ ਜਨਮੈ ਸੋ ਜਨ ਹੋ ਮੋਆ। ਜੀ। ਮਤਲਬ ਹੈ ਕਿ ਜਿਹਦਾ ਜਨਮ ਹੋਇਆ, ਚਾਹੇ ਉਹ ਮਨੁੱਖ ਹੈ, ਹਾਂਜੀ, ਚਾਹੇ ਉਹ ਪਸ਼ੂ ਹੈ, ਚਾਹੇ ਉਹ ਪੰਛੀ ਹੈ, ਚਾਹੇ ਉਹ ਪੇੜ ਪੌਦਾ ਹੈ, ਚਾਹੇ ਉਹ ਨਦੀ ਹੈ, ਚਾਹੇ ਉਹ ਨਾਲਾ ਹੈ, ਚਾਹੇ ਉਹ ਪਹਾੜ ਹੈ, ਚਾਹੇ ਉਹ ਸਮੁੰਦਰ ਹੈ, ਜੀ। ਜਿਹਦਾ ਵੀ ਜਨਮ ਹੋਇਆ ਹੈ ਜੀ, ਉਹਨੇ ਇਸ ਸੰਸਾਰ ਤੋਂ ਇੱਕ ਨਾ ਇੱਕ ਦਿਨ ਜਾਣਾ ਹੀ ਜਾਣਾ ਹੈ। ਗੁਰਬਾਣੀ ਨੇ ਮੋਹਰ ਲਾਤੀ ਭੋਗ ਦੇ ਲੋਕਾਂ 'ਚ, ਰਾਮ ਗਇਓ ਰਾਵਣ ਗਇਓ। ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ। ਇੱਕ ਨਹੀਂ ਕਈ ਉਦਾਹਰਨਾਂ ਜੀ, ਆਪਣੇ ਉਦਾਹਰਨਾਂ ਨੇ ਸਾਡੇ ਇਤਿਹਾਸ ਦੇ ਵਿੱਚ, ਐਗਜ਼ੈਂਪਲਾਂ ਨੇ ਗੁਰਬਾਣੀ ਦੇ ਵਿੱਚ ਜਿਹੜੀਆਂ ਉਦਾਹਰਨਾਂ ਨੇ ਕਿ ਜੋ ਵੀ ਜੀਵ ਇੱਥੇ ਆਇਆ ਭਾਈ ਉਹਨੇ ਇੱਕ ਨਾ ਇੱਕ ਦਿਨ ਤੁਰ ਜਾਣਾ। ਠੀਕ ਹੈ, ਜਦੋਂ ਕੋਈ ਤੁਰਦਾ ਹੈ ਤੇ ਜਿਹਦੇ ਨਾਲ ਉਹਦਾ ਸਨੇਹ ਹੁੰਦਾ ਹੈ ਉਹਦੇ ਲਈ ਕੁਝ ਸਮੇਂ ਲਈ ਖਲਾਅ ਪੈਦਾ ਹੁੰਦਾ ਜੀ। ਘਰ ਦੇ ਵਿਹੜੇ ਦੇ ਵਿੱਚ ਜੇ ਰੁੱਖ ਲੱਗਿਆ ਹੋਵੇ ਨਾ ਤੇ ਉਹਨੂੰ ਪੁੱਟ ਦਈਏ ਤੇ ਕੁਝ ਦਿਨ ਵਿਹੜਾ ਸੁੰਨਾ ਸੁੰਨਾ ਜਾਂ ਉਪਰਾ ਜਿਹਾ ਲੱਗਦਾ। ਤੇ ਜਿਸ ਜੀਵ ਦੇ ਨਾਲ ਬੰਦਾ 20 ਸਾਲ ਰਹਿੰਦਾ ਹੈ, 40 ਸਾਲ ਰਹਿੰਦਾ ਹੈ, 50 ਸਾਲ ਰਹਿੰਦਾ ਹੈ ਜਾਂ 60 ਸਾਲ ਰਹਿੰਦਾ ਹੈ, ਜਦੋਂ ਚਲਾ ਜਾਂਦਾ ਹੈ ਤੇ ਉਹਦੇ ਜਾਣ ਤੋਂ ਬਾਅਦ ਮਹਿਸੂਸ ਹੁੰਦਾ ਹੈ ਜੀ ਖਾਲੀਪਨ ਜੀ। ਪਰ ਇਹ ਇੱਕ ਸੱਚਾਈ ਹੈ, ਪਰਮੇਸ਼ਵਰ ਦਾ ਸਿਰਜਿਆ ਵਿਧਾਨ ਹੈ ਜਿਸ ਨੂੰ ਕੋਈ ਵੀ ਬੰਦਾ ਜਿਹੜਾ ਹੈ ਉਹ ਰੱਦ ਨਹੀਂ ਕਰ ਸਕਦਾ। ਜੀ। ਨੇ ਜਾਣਾ ਹੀ ਜਾਣਾ ਜੀ।
ਮੈਂ ਰਾਜਾ ਹੁੰਦਾ ਨਾ, ਰਾਜਾ ਕਿਸੇ ਨੂੰ ਮੌਤ ਦੀ ਸਜ਼ਾ ਦੇ ਦਿੰਦਾ ਤੇ ਫਿਰ ਉਹਦੇ ਕੋਲ ਮੌਤ ਦੀ ਸਜ਼ਾ ਨੂੰ ਮਾਫ ਕਰਨ ਦਾ ਵੀ ਅਧਿਕਾਰ ਹੈਗਾ ਜੀ, ਪਰ ਉਹ ਹਮੇਸ਼ਾ ਕਿਸੇ ਨੂੰ ਜਿੰਦਾ ਨਹੀਂ ਰੱਖ ਸਕਦਾ ਰਾਜਾ ਜੀ, ਬਿਲਕੁਲ। ਲੇਕਿਨ ਪਰਮੇਸ਼ਵਰ ਇੱਕ ਐਸਾ ਬਾਦਸ਼ਾਹ ਹੈ ਜਿਹਨੇ ਜਨਮ ਵੀ ਦਿੱਤਾ ਹੈ ਤੇ ਉਸ ਨੇ ਸਮੇਂ ਦੇ ਵਿੱਚ ਉਸ ਨੂੰ ਸੰਸਾਰ ਤੋਂ ਡਿਸਟਰੋਏ ਵੀ ਕਰਨਾ, ਲੈ ਕੇ ਵੀ ਜਾਣਾ। ਜੀ, ਜੇ ਪੁਰਾਣੇ ਜਾਣਗੇ ਤੇ ਨਵੇਂ ਆਉਣਗੇ। ਜੀ, ਇਹ ਵੀ ਇੱਕ ਧਾਰਾ ਹੈ। ਹਾਂਜੀ, ਦਰਿਆ ਦਾ ਪਾਣੀ ਆਈ ਜਾਂਦਾ ਹੈ, ਵਗੀ ਜਾਂਦਾ ਹੈ, ਸਮੁੰਦਰ 'ਚ ਮਿਲੀ ਜਾਂਦਾ ਹੈ, ਪਿੱਛੋਂ ਹੋਰ ਆਈ ਜਾਂਦਾ ਹੈ। ਇੱਕ ਨੇਚਰ ਦੀ, ਇੱਕ ਕੁਦਰਤ ਦੀ ਇੱਕ ਪ੍ਰਕਿਰਿਆ। ਜੀ, ਔਰ ਅਸੀਂ ਵੀ, ਸਾਡਾ ਵੀ ਜਨਮ ਤੇ ਮਰਨ ਜਿਹੜਾ ਹੈ ਉਸ ਪ੍ਰਕਿਰਿਆ ਦਾ ਹਿੱਸਾ ਹੈ, ਜੀ, ਜਿਸ ਨੂੰ ਕਿਸੇ ਕੀਮਤ ਦੇ ਉੱਤੇ ਅਸੀਂ ਝੁਠਲਾ ਨਹੀਂ ਸਕਦੇ। ਕਈ ਐਸੇ ਵੀ, ਚਲੋ ਜੇ ਅਸੀਂ ਬੰਦਿਆਂ ਦੀ ਗੱਲ ਕਰੀਏ, ਮਨੁੱਖਾਂ ਦੀ ਗੱਲ ਕਰੀਏ, ਤੇ ਕਈ ਇਹੋ ਜਿਹੇ ਮਨੁੱਖ ਨੇ ਜਿਹੜੇ 100 ਸਾਲ ਤੋਂ ਉੱਪਰ ਜ਼ਿੰਦਗੀ ਜਿਉ ਜਾਂਦੇ। ਜੀ, ਤੇ ਕਈ ਐਸੇ ਹੁੰਦੇ ਆ ਜਿਨ੍ਹਾਂ ਨੂੰ ਮਾਤਾ ਦੇ ਗਰਭ ਦੇ ਵਿੱਚ ਆਉਣ ਦਾ ਤਾਂ ਸਮਾਂ ਮਿਲਦਾ ਹੈ, ਲੇਕਿਨ ਮਾਤਾ ਦੇ ਗਰਭ ਦੇ ਵਿੱਚੋਂ ਬਾਹਰ ਆਉਣ ਦਾ ਸਮਾਂ ਨਹੀਂ ਮਿਲਦਾ। ਜੀ, ਬਿਲਕੁਲ। ਤੇ ਕਈ ਅਜਿਹੇ ਹੁੰਦੇ ਜਿਨ੍ਹਾਂ ਨੂੰ ਮਾਤਾ ਦੇ ਗਰਭ ਦੇ ਵਿੱਚੋਂ ਆਉਣ ਦਾ ਸਮਾਂ ਵੀ ਮਿਲ ਜਾਂਦਾ ਹੈ, ਲੇਕਿਨ ਉਹਨਾਂ ਨੂੰ ਅੱਖ ਖੋਲ੍ਹਣ ਦਾ ਸਮਾਂ ਨਹੀਂ ਮਿਲਦਾ। ਤੇ ਕਈਆਂ ਨੂੰ ਅੱਖ ਖੋਲ੍ਹਣ ਦਾ ਸਮਾਂ ਮਿਲ ਜਾਂਦਾ ਹੈ, ਲੇਕਿਨ ਰਿੜਨ ਤੁਰਨ ਦਾ ਸਮਾਂ ਨਹੀਂ। ਰਿੜਨ ਤੁਰਨ ਦਾ ਨਹੀਂ ਮਿਲਦਾ। ਜਗਤ ਨੂੰ ਦੇਖਣ ਦਾ ਮਿਲ ਜਾਂਦਾ ਹੈ, ਲੇਕਿਨ ਜਗਤ ਨੂੰ ਸਮਝਣ ਦਾ ਸਮਾਂ ਨਹੀਂ ਮਿਲਦਾ। ਜੀ, ਇਹ ਸਾਰੇ ਪਰਮੇਸ਼ਵਰ ਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਹੈ। ਜੀ, ਤਾਂ ਮਹਾਰਾਜ ਇਸੇ ਚੀਜ਼ ਨੂੰ ਕਹਿੰਦੇ ਨੇ, ਸਤਿਗੁਰੂ ਬਾਣੀ 'ਚ ਗੱਲ ਕਹਿੰਦੇ ਵੀ ਉਹਦੀ ਫਸਲ ਹੈ ਤਾਂ ਹਾਂ, ਉਹਦੀ ਮਰਜ਼ੀ ਆ, ਪਰ ਕੱਚੀ ਵੱਲ ਪੱਕੀ। ਕਿਸਾਨ ਬੋਵੇ ਕਿਰਸਾਣੀ, ਕਾਚੀ ਪਾਕੀ ਬਾੜ ਬਰਾਣੀ। ਜੀ ਹਾਂ, ਸਰ ਨਹੀਂ ਕੀਤਾ ਜਾ ਸਕਦਾ। ਕਿਸਾਨ ਮੱਕੀ ਬੀਜਦਾ ਹੈ, ਪਸ਼ੂਆਂ ਨੂੰ ਪਾਣੀ ਹੁੰਦੀ ਹੈ, ਕੱਚੀ ਵੱਢ ਲੈਂਦਾ। ਜੀ, ਕਣਕ ਜਿਹੜੀ ਉਹ ਕੱਚੀ ਨਹੀਂ ਵੱਢਦਾ, ਜੀ, ਉਹ ਪਕਾ ਕੇ ਵੱਢਦਾ ਹੈ। ਹਾਂਜੀ, ਉਹਦੀ ਮਰਜ਼ੀ ਆ। ਝੋਨਾ ਪਕਾ ਕੇ ਵੱਢਦਾ ਹੈ, ਮੱਕੀ ਕੱਚੀ ਵੱਢ ਲੈਂਦਾ ਹੈ, ਜਵਾਰ ਕੱਚੀ ਵੱਢ ਲੈਂਦਾ ਹੈ। ਜੀ, ਬਾਜਰਾ, ਦੂਜਾ ਹੋਰ ਕੋਈ ਫਸਲ ਜਿਹੜੀ ਪਸ਼ੂਆਂ ਨੂੰ ਪਾਉਣੀ ਹੁੰਦੀ ਹੈ, ਹਾਂਜੀ, ਉਹ ਕੱਚੀ, ਬਰਸੀਨ ਕੱਚੀ ਵੱਢ ਲੈਂਦਾ ਜੀ, ਹੈ, ਜੀ, ਕਿਉਂਕਿ ਉਹਨੂੰ ਕੱਚੀ ਦੀ ਲੋੜ ਹੁੰਦੀ ਹੈ। ਜੀ, ਤੇ ਇਹ ਪਰਮੇਸ਼ਵਰ ਦੀ ਸਾਰੀ ਖੇਤੀ ਹੈ, ਜਿਹਦੀ ਜਦੋਂ ਲੋੜ ਹੁੰਦੀ ਹੈ ਉਹ ਪਰਮੇਸ਼ਵਰ ਲੈ ਜਾਂਦਾ ਹੈ। ਕੋਈ ਉਜ਼ਰ, ਕੋਈ ਰੰਜ, ਕੋਈ ਗਿਲਾ ਨਹੀਂ। ਜੀ, ਤੇ ਇਹ ਇੱਕ ਸੱਚਾਈ ਹੈ। ਇਹ ਗੱਲ ਤਾਂ ਆਪਾਂ ਮੰਨ ਲਈ ਕਿ ਮੌਤ ਅਟਲ ਸੱਚਾਈ ਆ, ਪਰ ਸਤਿਗੁਰੂ ਨੇ ਇਹ ਵੀ ਗੱਲ ਆਖਿਆ ਕਿ ਮਰਨਾ ਸੱਚ, ਜਿਉਣਾ ਝੂਠ। ਭਾਈ ਮੂਲੇ ਵਾਲੀ ਸਾਖੀ ਸ਼ਾਇਦ ਉਹਦੇ 'ਚ ਇਹ ਗੱਲ ਆਖੀ ਗਈ ਹੈ, ਜਨਮ ਸਾਖੀ ਦੀ, ਮਰਨਾ ਸੱਚ, ਜਿਉਣਾ ਝੂਠ। ਇਹ ਜਿਹੜਾ ਮਹਾਵਾਕਿਆ, ਇਹਦੇ 'ਚ ਰਮਜ ਕੀ ਆ? ਸੱਚੀ ਗੁੱਝੀ ਰਮਜ ਕੀ, ਜਿਹਨੂੰ ਸਮਝ ਲੈਣਾ ਚਾਹੀਦਾ। ਇਹ ਸੱਚ ਇਹੀ ਹੈ ਕਿ ਜ਼ਿੰਦਗੀ ਜਿਹੜੀ ਹੈ ਇਹ ਝੂਠ ਹੈ। ਝੂਠ ਹੈ। ਅੰਤਮ ਜਿਹੜਾ ਸੱਚ ਹੈ ਉਹ ਮੌਤ ਹੀ ਹੈ। ਜੀ, ਮਤਲਬ ਇਹ ਤੋਂ ਕੋਈ ਵੀ ਬੰਦਾ, ਕੋਈ ਵੀ ਇਨਸਾਨ ਜਿਹੜਾ ਉਹ ਮੁਨਕਰ ਨਹੀਂ ਹੋ ਸਕਦਾ। ਜ਼ਿੰਦਗੀ ਝੂਠ ਇਸ ਕਰਕੇ ਹੈ ਕਿਉਂਕਿ ਜ਼ਿੰਦਗੀ ਨੇ ਬਿਨਸਣਾ ਹੈ, ਜ਼ਿੰਦਗੀ ਨੇ ਖਤਮ ਹੋਣਾ ਹੈ। ਲੇਕਿਨ ਅਸੀਂ ਇਸ ਦੇ ਵਿਪਰੀਤ ਇਹ ਸਮਝਦੇ ਹਾਂ ਕਿ ਜ਼ਿੰਦਗੀ ਜਿਹੜੀ ਹੈ ਸੱਚ ਹੈ। ਜੀ, ਇਸ ਕਰਕੇ ਅਸੀਂ ਪਲੈਨਿੰਗ ਬਣਾਉਂਦੇ ਹਾਂ, ਅਸੀਂ ਆਹ ਕਰਨਾ ਹੈ ਜ਼ਿੰਦਗੀ 'ਚ, ਉਹ ਕਰਨਾ, ਇੱਥੇ ਜਾਣਾ, ਉੱਥੇ ਜਾਣਾ, ਤੇ ਉਹ ਨਹੀਂ ਹੁੰਦਾ। ਇੱਕ ਇਤਿਹਾਸ ਦੀ ਬੜੀ ਵੱਡੀ ਉਦਾਹਰਣ ਹੈ ਕਿ ਬਾਬਾ ਬੁੱਢਾ ਜੀ ਬੜੇ ਬ੍ਰਹਮ ਗਿਆਨੀ ਸੀ, ਤੇ ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ ਵੀ, ਇੱਕ ਮਹਾਰਾਜ ਨੇ ਖੁਦ ਕਿਹਾ ਕਿ ਬਾਬਾ ਜੀ ਬੜੀ ਗੁਰੂ ਘਰ ਦੀ ਸੇਵਾ ਕੀਤੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਤੋਂ ਤੁਸੀਂ ਕੀ ਚਾਹੁੰਦੇ ਹੋ, ਕੀ ਮੰਗਦੇ? ਜੀ, ਜੀ, ਤਾਂ ਉਹਨਾਂ ਨੇ ਕਿਹਾ, ਮਹਾਰਾਜ ਵੀ ਇੱਕ ਇੱਛਾ ਹੈਗੀ ਹੈ, ਜੇ ਤੁਸੀਂ ਪੂਰੀ ਕਰੋ। ਕਹਿੰਦੇ ਦੱਸੋ? ਕਹਿੰਦੇ ਅਸੀਂ ਇਹ ਚਾਹੁੰਦੇ ਕਿ ਜਦੋਂ ਸਾਡਾ ਅੰਤਮ ਸਮਾਂ ਆਵੇ ਤੇ ਤੁਸੀਂ ਸਾਡੇ ਕੋਲ ਹੋਵੋ। ਕੀ ਬਾਤ ਹੈ। ਹਾਂਜੀ, ਉਹ ਕਹਿੰਦੇ ਠੀਕ ਹੈ, ਜਦੋਂ ਤੁਹਾਡੇ ਜਾਣ ਦਾ ਵਕਤ ਆਇਆ ਸਾਨੂੰ ਇੱਕ ਸੁਨੇਹਾ ਭਿਜਵਾ ਦਿਓ, ਹਾਂਜੀ, ਅਸੀਂ ਆਵਾਂਗੇ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਰਗੋਬਿੰਦਪੁਰੇ ਦੀ ਧਰਤੀ 'ਤੇ ਬੈਠੇ ਸੀ। ਜੀ, ਤੇ ਜਦੋਂ ਸੁਨੇਹਾ ਮਹਾਰਾਜ ਨੂੰ ਮਿਲਿਆ, ਹਾਂਜੀ, ਤੇ ਉਸੇ ਵੇਲੇ ਚਲੇ ਗਏ। ਸ਼ਾਮ ਦਾ ਵੇਲਾ ਸੀ, ਮਹਾਰਾਜ ਚਲੇ ਗਏ। ਬੜੀ ਖੂਬਸੂਰਤ ਚਿਤਰਨ ਇਤਿਹਾਸ ਦੇ ਅੰਦਰ ਜਿਹੜਾ ਮਿਲਦਾ ਹੈਗਾ ਇਸ ਘਟਨਾ ਦਾ। ਜੀ, ਕਹਿੰਦੇ ਕਮਰਾ ਸੀ, ਕਮਰੇ ਦੇ ਵਿੱਚ ਦੋ ਹੀ ਸ਼ਖਸੀਅਤਾਂ ਸੀ, ਬਾਬਾ ਬੁੱਢਾ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਜੀ ਹਾਂ, ਕੀ ਬਾਤ ਦੀ ਚਿਤਰਨ ਜਿਹੜਾ ਕਰਦਾ ਇਤਿਹਾਸ ਦਾ ਇਤਿਹਾਸਕਾਰ, ਉਹ ਕਹਿੰਦਾ ਕਿ ਦੀਵਾ ਜਗਦਾ ਸੀ। ਜੀ, ਦੀਵੇ ਦੀ ਲੌ ਦੇ ਵਿੱਚ ਬਾਬਾ ਬੁੱਢਾ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੱਲਾਂ ਕਰਦੇ ਨੇ, ਜੀ, ਔਰ ਸਾਰੀ ਰਾਤ ਹੀ ਕਰਦੇ ਰਹੇ ਨੇ। ਕੀ ਬਾਤ ਹੈ। ਕੈਸੀਆਂ ਗੱਲਾਂ ਹੋਣਗੀਆਂ। ਜਦੋਂ ਗੁਰੂ ਸਾਹਿਬ ਦੇ ਬਾਬਾ ਬੁੱਢਾ ਜੀ ਬੈਠੇ ਤੇ ਬਾਬਾ ਬੁੱਢਾ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੱਲਾਂ ਕਰ ਰਹੇ ਆ, ਕੈਸੀਆਂ ਗੱਲਾਂ ਹੋਣਗੀਆਂ, ਅਸੀਂ ਸਿਰਫ ਅਮੇਜ਼ਨ ਕਰ ਸਕਦੇ। ਜੀ,
ਬੜੀਆਂ ਉੱਚੀਆਂ ਬੜੀਆਂ ਸੁੱਚੀਆਂ ਗੱਲਾਂ ਹੋਣਗੀਆਂ। ਜੀ। ਅੰਮ੍ਰਿਤ ਵੇਲਾ ਹੋਇਆ, ਹੂੰ ਇਸ਼ਨਾਨ ਕੀਤਾ, ਹੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਵੀ, ਹੂੰ ਤੇ ਕਹਿੰਦੇ ਮਹਾਰਾਜ ਨਿਤਨੇਮ ਤੁਸੀਂ ਕਰੋ, ਮੈਂ ਸੁਣਦਾ। ਖੁਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਨਿਤਨੇਮ ਕਰਨਾ ਸ਼ੁਰੂ ਕਰਤਾ, ਜੋ ਉਸ ਵੇਲੇ ਸਿੱਖ ਕਰਦੇ ਸੀ। ਹਾਂਜੀ। ਬਾਬਾ ਬੁੱਢਾ ਸਾਹਿਬ ਬੈਠੇ ਸੁਣਦੇ ਰਹੇ। ਜਦੋਂ ਨਿਤਨੇਮ ਦੀ ਸਮਾਪਤੀ ਹੋਈ ਤੇ ਬਾਬਾ ਜੀ ਕਹਿਣ ਲੱਗੇ ਵੀ ਮਹਾਰਾਜ ਹੁਣ ਅਰਦਾਸ ਕਰੋ। ਹਾਂਜੀ। ਤੇ ਅਰਦਾਸ ਕੀਤੀ ਤੇ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਗੋਦ ਦੇ ਵਿੱਚ ਹੀ ਆਪਣਾ ਸਵਾਸ ਤਿਆਗ ਕੀਤਾ। ਕੀ ਬਾਤ ਹੈ। ਤੇ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਦੇ ਨੇਤਰਾਂ ਨੂੰ ਬੰਦ ਕੀਤਾ ਤੇ ਆਵਾਜ਼ ਮਾਰੀ ਸੇਵਾਦਾਰ ਨੂੰ, ਹਾਂਜੀ, ਕਿ ਰਬਾਬੀ ਸਿੰਘਾਂ ਨੂੰ ਭੇਜੋ। ਜੀ। ਤੇ ਰਬਾਬੀ ਸਿੰਘ ਆਏ, ਕਹਿੰਦੇ ਮਹਾਰਾਜ ਹੁਕਮ, ਕਹਿੰਦੇ ਆਸਾ ਦੀ ਵਾਰ ਦਾ ਕੀਰਤਨ ਕਰੋ। ਹਾਂਜੀ। ਰਬਾਬੀਆਂ ਨੇ ਆਸਾ ਦੀ ਵਾਰ ਦਾ ਕੀਰਤਨ ਕਰਨਾ ਸ਼ੁਰੂ ਕਰਤਾ। ਹੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਬਾਬਾ ਬੁੱਢਾ ਜੀ ਨੂੰ ਆਪਣੇ ਹੱਥੀਂ ਉਹਨਾਂ ਦੀ ਦੇਹ ਨੂੰ ਇਸ਼ਨਾਨ ਕਰਵਾਇਆ। ਜੀ। ਆਪਣੇ ਹੱਥੀਂ ਉਹਨਾਂ ਨੂੰ ਉਹ ਜਿਹੜੀ ਜਿਹਨੂੰ ਅਸੀਂ ਪੰਜਾਬੀ 'ਚ ਸਿੜੀ ਕਹਿ ਦਿੰਦੇ ਹਾਂ, ਹਾਂਜੀ, ਤੇ ਮੋਢਾ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ। ਜੀ। ਜਦੋਂ ਸੰਸਕਾਰ ਹੋ ਗਿਆ ਬਾਬਾ ਬੁੱਢਾ ਸਾਹਿਬ ਜੀ ਦੇ ਪੰਜ ਭੌਤਿਕ ਸਰੀਰ ਦਾ, ਤੇ ਜਦੋਂ ਵਾਪਸ ਆ ਰਹੇ ਸੀ ਨਾ, ਤੇ ਵਾਪਸ ਆਏ ਤੇ ਇੱਕ ਸਿੱਖ ਕਹਿਣ ਲੱਗੇ ਮਹਾਰਾਜ ਇੱਕ ਅਜੀਬ ਕੌਤਕ ਦੇਖਿਆ। ਉਹ ਕਹਿੰਦੇ ਕੀ ਦੇਖਿਆ? ਕਹਿੰਦੇ ਭਾਈ, ਕਹਿੰਦੇ ਮਹਾਰਾਜ, ਕਹਿੰਦੇ ਜਦੋਂ ਅਸੀਂ ਜਾ ਰਹੇ ਸੀ ਨਾ ਤੇ ਸਾਰਿਆਂ ਦੇ ਸਿਰਾਂ ਦੇ ਉੱਤੇ ਇੱਕ ਅਜੀਬ ਜਿਹਾ ਛਤਰ ਝੁਲਦਾ ਸੀ, ਪਰ ਜਦੋਂ ਅਸੀਂ ਵਾਪਸ ਆ ਰਹੇ ਸੀ ਤੁਹਾਡੇ ਸੀਸ ਤੇ ਛਤਰ ਝੁਲਦਾ ਸੀ, ਕੁਝ ਗੁਰਸਿੱਖਾਂ ਦੇ ਝੁਲਦਾ ਸੀ, ਬਾਕੀਆਂ ਦੇ ਨਹੀਂ ਝੁਲਦਾ ਸੀ। ਮਹਾਰਾਜ ਕਹਿਣ ਲੱਗੇ ਜਦੋਂ ਅਸੀਂ ਕਿਸੇ ਦੇ ਅੰਤਮ ਸੰਸਕਾਰ ਮੌਕੇ ਜਾਂਦੇ ਆ ਨਾ, ਉਦੋਂ ਸਾਨੂੰ ਮੌਤ ਚੇਤੇ ਹੁੰਦੀ ਹੈ, ਪਰ ਜਦੋਂ ਅਸੀਂ ਸੰਸਕਾਰ ਕਰਕੇ ਭੁੱਲ ਜਾਂਦੇ ਆ ਨਾ, ਵਾਪਸ ਆਉਂਦੇ ਆ, ਤੇ ਉਦੋਂ ਸਾਨੂੰ ਮੌਤ ਜਿਹੜੀ ਹੈ ਉਹ ਭੁੱਲ ਜਾਂਦੀ ਹੈ। ਉਦੋਂ ਅਸੀਂ ਫਿਰ ਪਲੈਨਿੰਗਾਂ ਬਣਾਉਣ ਲੱਗ ਜਾਂਦੇ ਹਾਂ, ਜਿਵੇਂ ਅੱਜ ਫਿਊਨਲ 'ਤੇ ਮੈਂ ਗਿਆ ਜੀ, ਬਸ ਗਿਆ ਤੇ ਮੈਂ ਆ ਗਿਆ ਜੀ, ਬਸ ਤੇ ਆ ਕੇ ਮੈਂ ਆਹ ਕੰਮ ਕਰਨਾ ਜੀ, ਆ ਕੇ ਮੈਂ ਉੱਥੇ ਜਾਣਾ ਜੀ, ਜਾਂ ਬਸ ਤੂੰ ਮੇਰੀ ਵੇਟ ਕਰੀ, ਮੈਂ ਫਿਊਨਲ 'ਤੇ ਹੋ ਕੇ ਬਸ 2 ਘੰਟੇ ਤੁਹਾਡੇ ਕੋਲ ਪਹੁੰਚਿਆ। ਕਿਤੇ ਨਾ ਕਿਤੇ ਮਨੁੱਖ ਦੇ ਮਨ 'ਚ ਹੈ ਵੀ ਉਹ ਚਲਾ ਗਿਆ, ਮੈਂ ਥੋੜ੍ਹੀ ਜਾਣਾ ਹੈ, ਮੈਂ ਥੋੜਾ ਜਾਣਾ, ਮੈਂ ਤਾਂ ਕੰਮ ਇੱਦਾਂ ਹੀ ਕਰਨਾ ਜਿੱਦਾਂ ਕਰਦਾ। ਹਾਂ, ਮੈਂ ਤਾਂ ਚਲਾ ਗਿਆ। ਹਾਲਾਂਕਿ ਤੁਰ ਜਾਣ ਵਾਲਾ ਜਿਹੜਾ ਹੁੰਦਾ ਉਹਦੇ ਨਾਲ ਰਿਹਾ ਹੁੰਦਾ ਹੈ, ਕੋਲ ਰਿਹਾ ਹੁੰਦਾ ਹੈ, ਉਹਦੇ ਨਾਲ ਉਹਨੇ ਜ਼ਿੰਦਗੀ ਬਤੀਤ ਕਈ ਵਾਰੀ ਕੀਤੀ ਹੁੰਦੀ ਹੈ, ਦੋਸਤ ਹੁੰਦਾ ਹੈ, ਮਿੱਤਰ ਹੁੰਦਾ ਹੈ, ਭੈਣ ਹੁੰਦੀ ਹੈ, ਭਰਾ ਹੁੰਦਾ ਹੈ, ਪਤੀ ਪਤਨੀ ਹੁੰਦਾ, ਜਾਂ ਪੁੱਤ ਧੀ ਹੁੰਦਾ, ਜਾਂ ਮਾਂ ਬਾਪ ਹੁੰਦਾ, ਪਰ ਫਿਰ ਵੀ ਮਨੁੱਖ ਜਿਹੜਾ ਹੈ ਉਸ ਗੁਰਬਾਣੀ ਦੀ ਗੱਲ ਬਹੁਤ ਵਾਰੀ ਸਮਝਾਈ ਆ। ਜਿਸ ਆਸਣ ਹਮ ਬੈਠੇ, ਜੀ ਬਿਲਕੁਲ, ਇੱਥੇ ਕਿੰਨੇ ਬੈਠ ਕੇ ਚਲ ਗਿਆ, ਕਿੱਥੇ ਤੁਹਾਡੇ ਮਾਪਿਓ, ਕਿੱਥੇ ਤੁਹਾਡੇ ਮਾਪਿਓ, ਇਹ ਸਾਰੀਆਂ ਗੱਲਾਂ ਗੁਰਬਾਣੀ ਨੇ ਵਾਰ-ਵਾਰ ਸਮਝਾਈਆਂ ਵੀ ਤੇਰੇ ਦੇਖਦਿਆਂ ਦੇਖਦਿਆਂ ਬਾਕੀ ਚੱਲ ਗਿਆ, ਦਿੱਤੀ ਚੱਲ ਗਈ, ਪਰ ਤੈਨੂੰ ਫੇਰ ਵੀ ਸਮਝ ਨਹੀਂ ਆ ਰਹੀ। ਸੋ ਇਹ ਮਰਨਾ ਸੱਚ, ਜਿਉਣਾ ਝੂਠ, ਔਰ ਜਿਹੜਾ ਇਹ ਗੱਲ ਹਿਰਦੇ 'ਚ ਬਣ ਲਊਗਾ ਕਿਤੇ ਗੰਢ ਨਾਲ ਕਿ ਮਰਨਾ ਸੱਚ ਆ, ਤੇ ਫਿਰ ਸ਼ਾਇਦ ਉਹਦਾ ਜਿਉਣਾ ਵੀ ਸੱਚ ਹੋ ਜਾਏ। ਫਿਰ ਬੰਦਾ ਸੋਚਦਾ ਵੀ ਜੋ ਮਰਨਾ ਸੱਚ ਹੈ ਤੇ ਫਿਰ ਮੈਂ ਕਾਹਦੇ ਲਈ ਖਲਾਰਾ ਫਿਰ ਜਿਉਣਾ ਵੀ ਸੱਚ ਹੋ ਜਾਏਗਾ। ਫਿਰ ਖਲਾਰਾ ਵੀ ਕਿਉਂ ਖਲਾਰਦਾ? ਗੁਰਬਾਣੀ ਨੇ ਕਿਹੋ ਜਿਹੀ ਮੌਤ ਪ੍ਰਵਾਨ ਕੀਤੀ ਆ, ਕਿਉਂਕਿ ਸਾਡੇ ਉਦਾਹਰਨਾਂ ਮਿਲਦੀਆਂ। ਸੱਤਾ ਬਲਵੰਡ ਜੀ ਗੁਰਦੁਆਰਾ ਡੇਰਾ ਸਾਹਿਬ ਜਿਹੜਾ ਸੀ, ਉੱਥੇ ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਨ ਸੀਗਾ, ਦੋਨੇ ਰਬਾਬੀ ਇਕੱਠੇ ਗਏ, ਸਾਡੇ ਇਤਿਹਾਸ 'ਚ ਜ਼ਿਕਰ ਆਉਂਦਾ ਹੈਗਾ। ਭਾਈ ਬਿਧੀ ਚੰਦ ਜੀ ਆਪਣੇ ਆਪ ਗਏ ਜਾ ਕੇ ਦਿਓਬੰਦ ਜਾ ਕੇ ਵਾਅਦਾ ਕਰਕੇ ਆਏ ਸਾਈਂ-ਦਾਸ ਨਾਲ। ਬਾਬਾ ਬੁੱਢਾ ਜੀ ਦੀ ਮੌਤ ਦਾ ਤੁਸੀਂ ਜ਼ਿਕਰ ਕੀਤਾ, ਕਿਆ ਕਮਾਲ ਦੀ ਮੌਤ ਆ। ਔਰ ਗੁਰੂ ਹਰਗੋਬਿੰਦ ਸਾਹਿਬ ਆਪ ਜਦੋਂ ਇਸ ਸੰਸਾਰ ਤੋਂ ਜਾਣ ਲੱਗੇ, ਇਹ ਗੱਲ ਕਹੀ ਜਾਂਦੀ ਇਤਿਹਾਸ ਦੇ ਵਿੱਚ ਕਿ 5 ਦਿਨ ਲਗਾਤਾਰ ਬੈਠ ਕੇ ਉਹਨਾਂ ਨੇ ਗੁਰਗੱਦੀ ਦੇਣ ਤੋਂ ਬਾਅਦ ਕੀਰਤਨ ਸੁਣਿਆ। ਇਹ ਗੱਲਾਂ ਜ਼ਿਕਰ ਆਉਂਦਾ ਸਾਡੇ ਇਤਿਹਾਸ ਦੇ ਵਿੱਚ। ਪਤਾ ਨਹੀਂ ਉਹਨੂੰ ਕਿਸੇ ਨੇ ਕਿਹੜੇ ਨਜ਼ਰੀਏ ਨਾਲ ਦੇਖਣਾ, ਪਰ ਸਾਡੇ ਇਤਿਹਾਸ ਨੇ ਸੰਭਾਲੇ ਹੋਏ ਆ। ਗੁਰਬਾਣੀ ਕਿਹੋ ਜਿਹੀ ਮੌਤ ਨੂੰ ਪ੍ਰਵਾਨ ਕਰਦੀ ਆ? ਬੜਾ ਵਧੀਆ ਤੁਸੀਂ ਪੁੱਛਿਆ। ਇੱਕ ਵਾਰੀ ਸਿੱਖਾਂ ਨੇ ਇਹ ਸਵਾਲ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਪੁੱਛਿਆ। ਹਾਂਜੀ। ਉਹ ਕਹਿੰਦੇ ਮਹਾਰਾਜ ਵੀ ਅਸੀਂ ਮੌਤ ਬਾਰੇ ਤੁਹਾਡੇ ਤੋਂ ਕੁਝ ਜਾਣਨਾ ਚਾਹੁੰਦੇ। ਜੀ ਜੀ। ਵੀ ਜਦੋਂ ਮੌਤ ਹੁੰਦੀ ਹੈ ਕੀ ਹੁੰਦਾ? ਹਾਂਜੀ। ਮੌਤ ਤੋਂ ਬਾਅਦ ਕੀ ਹੁੰਦਾ? ਬੰਦਾ ਮਰ ਜਾਂਦਾ, ਕੀ ਹੁੰਦਾ? ਤੇ ਕਿਹੋ ਜਿਹੀ ਮੌਤ ਮਰਨੀ ਚਾਹੀਦੀ ਹੈ, ਕਿਹੋ ਜਿਹੀ ਮੌਤ ਚੰਗੀ ਹੁੰਦੀ ਹੈ? ਮਹਾਰਾਜ ਨੇ ਜੋ ਬਚਨ ਕਿਹਾ ਉਹ ਅੱਜ ਵੀ ਸੱਤ ਹੈ ਔਰ ਗੁਰਬਾਣੀ 'ਚ ਹੈ। ਹਾਂਜੀ। ਉਹ ਕਹਿੰਦੇ ਕਿਆ ਜਾਨਾ ਕਿ ਵ ਮਰहेंगे, कैसा मरना होए। ਇਹ ਗੁਰੂ ਅਮਰਦਾਸ ਜੀ ਦਾ ਬਚਨ, ਗੁਰੂ ਅਮਰਦਾਸ ਜੀ ਦਾ ਬਚਨ ਹੈ। ਕਿਆ ਜਾਨਾ ਕਿ ਵ ਮਰहेंगे कैसा मरना होए। ਜੀ। ਕੀ ਜਾਣਦੇ ਆ ਕਿਵੇਂ ਮਰਨਾ ਹੈ, ਕੈਸਾ ਮਰਨਾ ਹੋਣਾ ਹੈ। ਹਾਂਜੀ। ਸੰਸਾਰ ਨੂੰ ਕਹਿ ਰਹੇ ਨੇ। ਜੀ 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 ਜੀ। ਆਪ ਤਾਂ ਅੰਤਰਜਾਮੀ ਜਾਣੀ। ਕਿਆ ਬਾਤ ਹੈ। ਲੇਕਿਨ ਇੱਕ ਗੱਲ ਚੇਤੇ ਰੱਖਿਓ, ਕਹਿੰਦੇ ਜੇਕਰ ਸਾਹਿਬ ਮਨ ਹੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ।
ਜੇ ਤੁਹਾਡੇ ਰੱਬ ਚੇਤੇ ਹੈ, ਗੁਰੂ ਚੇਤੇ ਹੈ, ਮਾਲਕ ਚੇਤੇ ਹੈ, ਤੇ ਮੌਤ ਵੀ ਜਿਹੜੀ ਹੈ ਉਹ ਤੁਹਾਡੇ ਲਈ ਦੁਖਦਾਈ ਨਹੀਂ ਹੈ। ਜਿਵੇਂ ਭਗਤ ਕਬੀਰ ਜੀ ਨੇ ਕਿਹਾ, ਮਰਨਾ ਤਾਂ ਸਭ ਜਗ ਡਰ, ਹਾਂ ਮੇਰਾ ਮਨ ਆਨੰਦ। ਹਾਂਜੀ, ਇਹ ਮੌਤ ਤੋਂ ਸਾਰਾ ਜਗਤ ਡਰਦਾ, ਪਰ ਮੇਰੇ ਮਨ ਦੇ ਵਿੱਚ ਆਨੰਦ ਹੈ, ਕਿਉਂ ਮਰਨੇ ਤੇ ਪਾਈਆ ਪੂਰਨ ਪਰਮਾਨੰਦ ਜੀ। ਤੇ ਇਵੇਂ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਜੇ ਪਰਮੇਸ਼ਵਰ ਚੇਤੇ ਹੈ, ਜੇ ਵਾਹਿਗੁਰੂ ਚੇਤੇ ਹੈ, ਤੇ ਫਿਰ ਮੌਤ ਦੁਖਦਾਈ ਨਹੀਂ ਜੀ। ਮੌਤ ਆਮ ਤੌਰ ਤੇ ਕਈ ਬਿੱਲੀ ਦੀ ਉਦਾਹਰਨ ਦਿੰਦੇ ਹੁੰਦੇ ਆ ਕਿ ਬਿੱਲੀ ਜਦੋਂ ਆਪਣੇ ਬੱਚੇ ਨੂੰ ਫੜਦੀ ਹੈ, ਉਹ ਮੂੰਹ ਨਾਲ ਫੜਦੀ ਆ ਤੇ ਬਲੂੰਗੜੇ ਨੂੰ ਹਾਂਜੀ ਉਹ ਵੀ ਪਿਆਰ ਨਾਲ ਲੈ ਕੇ ਉਹ ਜਾਂਦੀ ਵੀ ਬਿਲਕੁਲ ਕਈ ਵਾਰੀ ਕੁਐਸਚਨ ਕਰ ਦਿੰਦੇ ਨੇ ਕਿ ਜੀ ਦੇਖੋ ਜੀ ਧਰਮੀ ਬੰਦੇ ਤੇ ਅਧਰਮੀ ਬੰਦੇ 'ਚ ਕੀ ਫਰਕ ਹੈ। ਕਈ ਵਾਰੀ ਦੇਖਦੇ ਹਾਂ ਅਸੀਂ ਕਿ ਅਧਰਮੀ ਬੰਦਾ ਜਿਹੜਾ ਹੁੰਦਾ ਹੈ ਉਹ ਜ਼ਿਆਦਾ ਦੁਨਿਆਵੀ ਸੁੱਖ ਸਹੂਲਤਾਂ ਮਾਣ ਜਾਂਦਾ ਹੈ, ਧਰਮੀ ਨਹੀਂ ਮਾਣਦਾ। ਹਾਂਜੀ, ਤਾਂ ਉੱਥੇ ਫਿਰ ਬੜੀ ਸੋਹਣੀ ਇਹ ਉਦਾਹਰਨ ਹੈਗੀ ਹੈ ਕਿ ਬਿਲਕੁਲ ਸ਼ੇਰਨੀ ਜੰਗਲ ਨੂੰ ਅੱਗ ਲੱਗ ਜਾਂਦੀ ਹੈ, ਹਾਂਜੀ, ਤੇ ਉਹ ਸ਼ੇਰਨੀ ਜਿਹੜੀ ਆਪਣੇ ਜਬਾੜਿਆਂ ਦੇ ਵਿੱਚ ਦੂਸਰੇ ਜਾਨਵਰਾਂ ਨੂੰ ਚਿੱਥ ਕੇ ਖਾ ਜਾਂਦੀ ਹੈ, ਉਹ ਉਸ ਅੱਗ ਦੇ ਵਿੱਚੋਂ ਆਪਣੇ ਬੱਚਿਆਂ ਨੂੰ ਜਬਾੜਿਆਂ ਦੇ ਨਾਲ ਫੜ ਕੇ ਸੁਰੱਖਿਅਤ ਬਾਹਰ ਲੈ ਜਾਂਦੀ ਹੈ। ਤਾਂ ਇਸੇ ਤਰ੍ਹਾਂ ਫਿਰ ਉਹ ਗੁਰਸਿੱਖ ਜਿਹੜੇ ਹੁੰਦੇ ਆ, ਹਾਂਜੀ, ਦੁਨੀਆ ਨੂੰ ਲੱਗਦਾ ਕਿ ਅੰਤ ਜਿਹੜਾ ਜੀ ਫਲਾਣੇ ਦਾ ਬੜਾ ਭੈੜਾ ਹੋਇਆ, ਪਰ ਉਹਨੂੰ ਨਹੀਂ ਲੱਗਦਾ ਜੀ, ਜਿਹੜਾ ਰੱਬ ਨੂੰ ਚੇਤੇ, ਉਹਨੂੰ ਨਹੀਂ ਲੱਗਦਾ। ਬੇਸ਼ੱਕ ਉਹਦੇ ਬੱਚਾ ਸ਼ੇਰਨੀ ਦੇ ਜਬਾੜਿਆਂ 'ਚ, ਪਰ ਸੁਰੱਖਿਅਤ ਆ, ਆਨੰਦ 'ਚ, ਆਨੰਦ 'ਚ ਹੈ ਜੀ, ਆਨੰਦ 'ਚ ਜਾਂਦਾ। ਉਹ ਅਗਨੀ 'ਚੋਂ ਬਾਹਰ ਨਿਕਲਿਆ ਸਗੋਂ। ਇਹੋ ਕਾਰਨ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਤੀਆਂ ਤਵੀਆਂ ਤੇ ਬਿਠਾਇਆ, ਤੇ ਉਹਨਾਂ ਨੇ ਕਿਹਾ, ਉਲਾਹ ਨੂੰ ਮੈਂ ਕਾਹੋ ਨਾ ਦੀਓ ਮਨ ਮੀਟ ਤੁਹਾਰੋ ਕੀਓ। ਮਰਨ ਮਨਸਾ ਸੂਰਿਆ ਹੱਕ ਹੈ। ਹਾਂ, ਹੁਣ ਸੰਸਾਰੀ ਲੋਕਾਂ ਦੀ ਦ੍ਰਿਸ਼ਟੀ ਦੇ ਵਿੱਚ ਬੰਦ ਕੱਟੇ ਜਾਣੇ, ਆਰਿਆਂ ਨਾਲ ਚੀਰਾ ਜਾਣਾ, ਦੇਗਾਂ ਚੁੱਬਲਣਾ, ਸੀਸ ਕੱਟਿਆ ਜਾਣਾ, ਖੋਪੜੀ ਲੈ ਜਾਣੀ, ਇਹ ਬੜੇ ਔਖੇ ਹੈਗੇ ਨੇ ਪ੍ਰਕਰਮ। ਹਾਂਜੀ, ਲੇਕਿਨ ਜਿਹੜੇ ਗੁਰਸਿੱਖਾਂ ਦੇ ਨਾਲ ਇਹ ਵਾਪਰਿਆ, ਉਹ ਗੁਰਸਿੱਖ ਬਾਣੇ ਦੇ ਧਾਰਨੀ ਸੀ, ਬੰਦਗੀ ਵਾਲੀਆਂ ਰੂਹਾਂ ਸੀ, ਪਰਮੇਸ਼ਵਰ ਚੇਤੇ ਸੀ, ਉਹਨਾਂ ਨੇ ਇਹਦੇ ਵਿੱਚੋਂ ਵੀ ਆਨੰਦ ਪ੍ਰਾਪਤ ਕੀਤਾ। ਭਾਈ ਮਨੀ ਸਿੰਘ, ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਹਾਂਜੀ, ਉਹ ਬੰਦ ਕੱਟਣ ਦਾ ਜਦੋਂ ਅਸੀਂ ਗੱਲਬਾਤ, ਤੇ ਉਹ ਜਲਾਦ ਜਦੋਂ ਕਹਿੰਦੇ ਕੱਟਣ ਲੱਗਾ ਕੂਣੀ ਤੋਂ, ਉਹ ਕਹਿੰਦਾ ਨਹੀਂ ਇਦੋਂ ਪਹਿਲਾਂ, ਗੁੱਟ ਤੋਂ ਪਹਿਲਾਂ ਜਾਂ ਕੂਣੀ ਤੋਂ ਪਹਿਲਾਂ ਵੀ ਹੈ, ਬੰਦ ਹੈ, ਪੋਟਾ ਕਰ ਦੋ। ਇਸੇ ਕਰਕੇ ਉਹਨਾਂ ਨੇ ਸੀ ਨਹੀਂ ਕਹੀ। ਹਾਂਜੀ, ਤੇ ਮੈਂ ਉਹਦੇ ਉਸ ਗੱਲ ਦੇ ਉੱਤੇ ਇੱਕ ਗੀਤ ਵੀ ਲਿਖਿਆ ਹੈਗਾ, ਪੂਰਾ ਕੱਢ ਸਾਡੀ ਜਾਨ, ਬੰਦ ਕੱਟ ਮਿੱਤਰ, ਜਾਣੀ ਕਿ ਉਸ ਜਿਹੜੀ ਗੱਲ ਹੈ ਗੁਰਮੁਖਾਂ ਲਈ ਮੌਤ ਦਾ ਕਨਸੈਪਟ ਹੈ ਬਾਣੀ ਦੇ ਵਿੱਚ। ਹਾਂਜੀ, ਇਹ ਬੜਾ ਵਧੀਆ ਕਨਸੈਪਟ ਹੈ। ਕਿਹੋ ਜਿਹੀ ਮੌਤ ਗੁਰਬਾਣੀ ਪ੍ਰਮਾਣ ਕਰਦੀ ਹੈ? ਰੱਬ ਨੂੰ ਯਾਦ ਰੱਖਣ ਵਾਲੀ। ਹਾਂ, ਰੱਬ ਨੂੰ, ਜਿਹੜਾ ਪ੍ਰਮਾਤਮਾ ਨੂੰ ਯਾਦ ਰੱਖਦਾ, ਤਰੀਕਾ ਕੋਈ ਵੀ ਹੈ, ਪ੍ਰਕਿਰਿਆ ਕੋਈ ਵੀ ਹੈ, ਜਿਹੜਾ ਪ੍ਰਮਾਤਮਾ ਨੂੰ ਯਾਦ ਰੱਖਦਾ, ਤੇ ਉਹ ਸਭ ਤੋਂ ਬੈਟਰ ਹੈ। ਇਹ ਮੌਤ ਜ਼ਿੰਦਗੀ ਕਿਹੋ ਜਿਹੀ ਜੀਣੀ ਚਾਹੀਦੀ, ਮੌਤ ਕਿਹੋ ਜਿਹੀ ਪ੍ਰਵਾਨ ਹੈ, ਉਹਦੇ 'ਚ ਸ਼ਹੀਦ ਦਾ ਵੀ ਕੋਈ ਵੱਖਰਾ? ਬਿਲਕੁਲ ਜੀ, ਬਿਲਕੁਲ। ਸ਼ਹੀਦ ਦੀ ਮੌਤ ਵੀ ਜਿਹੜੀ ਹੈ, ਸ਼ਹੀਦ ਉਹ ਜਿਹੜਾ ਧਰਮ ਲਈ ਹੋਇਆ, ਗੁਰੂ ਲਈ ਹੋਇਆ, ਹਾਂ, ਪਰਮੇਸ਼ਵਰ ਲਈ ਹੋਇਆ ਜੀ, ਉਹ ਨਹੀਂ ਜਿਹੜਾ ਆਪਣੇ ਨਿੱਜ ਲਈ ਹੋਇਆ ਜੀ, ਜਿਹਦਾ ਆਪਣਾ, ਜਿਹੜਾ ਪਰਪਕਾਰ ਲਈ ਹੋਵੇ ਕਿਸੇ ਵੀ ਤਰ੍ਹਾਂ, ਆਪਣਾ ਨਾ ਕੁਛ ਵੀ, ਜਿਹਨੇ ਪਰਪਕਾਰ ਲਈ ਆਪਣੀ ਜਾਨ ਦੇ ਦਿੱਤੀ ਆ, ਬੇਸ਼ੱਕ ਉਹ ਦੇਸ਼ ਆ, ਬੇਸ਼ੱਕ ਕੌਮ ਆ, ਬੇਸ਼ੱਕ ਧਰਮ ਆ, ਬੇਸ਼ੱਕ ਕਿਸੇ ਮਜ਼ਲੂਮ ਦੀ ਰਾਖੀ ਕਰਦੇ ਆ, ਉਹ ਬਿਲਕੁਲ ਸਿੱਖੀ 'ਚ ਪ੍ਰਵਾਨ ਹੈ। ਬਿਲਕੁਲ। ਹਾਂਜੀ, ਅੱਜ ਅਸੀਂ ਸ਼ਹਾਦਤ ਦੇ ਸੰਕਲਪ ਨੂੰ ਵੀ ਜਿਹੜਾ ਨਾ ਉਹ ਬਦਲ ਦਿੱਤਾ ਹੈ ਜੀ। ਹੁਣ ਅਸੀਂ ਟਰਾਲੀ ਥੱਲੇ ਜਿਹੜਾ ਆ ਕੇ ਚਲਾ ਜਾਂਦਾ, ਉਹਨੂੰ ਵੀ ਕਹਿੰਦੇ ਨੇ ਸ਼ਹੀਦ ਹੋ ਗਿਆ ਜੀ। ਸ਼ਹੀਦ ਦਾ ਰੁਤਬਾ ਜਿਹੜਾ ਨਾ ਬੜਾ ਉੱਚਾ ਸੁੱਚਾ ਹੈ। ਉਹ ਲਿਖਿਆ ਨਾ ਰਤਨ ਸਿੰਘ ਭੰਗੂ ਨੇ, ਕਹਿੰਦੇ ਇਹ ਰੁਤਬੇ ਲਹੂ ਬਹਾ ਕੇ लिए ਜੀ। ਇਹ ਸ਼ਹੀਦ ਦੇ ਰੁਤਬੇ ਜਿਹੜੇ ਆਏ ਨਹੀਂ ਮਿਲਦੇ ਜੀ, ਇਹ ਉਹਨਾਂ ਜਿਹਨਾਂ ਦੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਉਹਨਾਂ ਨੂੰ ਮਿਲਦੀ ਜੀ, ਜਿਹਦੇ ਅਕਾਲ ਪੁਰਖ ਦੀ ਕਿਰਪਾ ਹੁੰਦੀ। ਮੌਤ ਦੇ ਬਾਰੇ ਮੇਰਾ ਖਿਆਲ ਜਨਮ ਸਾਖੀ 'ਚ ਵੀ ਗੱਲਾਂ ਕੀਤੀਆਂ ਗਈਆਂ, ਸਾਡੇ ਸਾਰੇ ਹੀ ਜਿੰਨਾ ਸਾਹਿਤ ਉਹਦੇ 'ਚ ਗੱਲਾਂ ਕੀਤੀਆਂ ਗਈਆਂ, ਗੁਰਬਾਣੀ 'ਚ ਤਾਂ ਹੈ ਹੀ ਆ ਸਾਰਾ ਕੁਛ। ਇਹਨੂੰ ਜੇ ਆਪਾਂ ਬੜੇ ਸੌਖੇ ਸ਼ਬਦਾਂ 'ਚ ਗੁਰਬਾਣੀ ਤੋਂ ਪਾਸੇ ਲੈ ਕੇ ਥੋੜ੍ਹੇ ਜਿਹਾ ਜਨਮ ਸਾਖੀ ਨਾਲ ਜਾਂ ਇਤਿਹਾਸ ਨਾਲ ਰੱਖ ਕੇ ਥੋੜ੍ਹਾ ਹੋਰ ਸਪਸ਼ਟ ਕਰਨਾ, ਤੁਸੀਂ ਕਿੱਦਾਂ ਕਰੋਗੇ? ਇਤਿਹਾਸ ਦੇ ਵਿੱਚ ਵੀ ਬੜੇ ਪ੍ਰਮਾਣ ਮਿਲਦੇ ਹੈ ਮੌਤ ਬਾਰੇ, ਮੌਤ ਦੀ ਬਿਲਕੁਲ ਘਬਰਾਉਣਾ ਨਹੀਂ ਚਾਹੀਦਾ। ਗੁਰਬਾਣੀ 'ਚ ਵੀ ਬੜੇ ਜਿਹੜੇ ਇਸ ਤਰ੍ਹਾਂ ਦੇ ਮਿਲਦੇ ਆ। ਸਭ ਤੋਂ ਵੱਡੀ ਗੱਲ ਤਾਂ ਗੁਰਬਾਣੀ ਨੇ ਸਮਝਾਇਆ ਕਿ ਇਹ ਅਟੱਲ ਸੱਚਾਈ ਹੈ ਜੀ, ਇਹਦੇ ਲਈ ਪ੍ਰਪੇਅਰ ਬੰਦੇ ਨੂੰ ਹੋਣਾ ਚਾਹੀਦਾ ਜੀ। ਜੇ ਤੁਸੀਂ ਪ੍ਰਪੇਅਰ ਹੋ ਤੇ ਫਿਰ ਮਤਲਬ ਕੋਈ ਤੁਹਾਨੂੰ ਚਿੰਤਾ ਜਾਂ ਟੈਨਸ਼ਨ ਨਹੀਂ ਹੈ, ਤੇ ਜੇ ਤੁਸੀਂ ਪ੍ਰਪੇਅਰ ਨਹੀਂ ਹੋ। ਆਮ ਤੌਰ ਤੇ ਮਨੁੱਖ ਜਿਹੜਾ ਡਰਦਾ ਆ ਨਾ, ਇਹ ਜਿਹੜੇ ਬੜੇ ਵਿਦਵਾਨ ਉਹ ਵੀ ਗੱਲ ਕਹਿੰਦੇ ਕਿ ਮਨੁੱਖ ਨੂੰ ਬਿਮਾਰੀ ਤੋਂ ਡਰ ਨਹੀਂ ਲੱਗਦਾ, ਕਿਉਂਕਿ ਮਨੁੱਖ ਮੌਤ ਤੋਂ ਡਰਦਾ ਹੁੰਦਾ, ਇਸ ਕਰਕੇ ਬਿਮਾਰੀ ਤੋਂ ਡਰਦਾ, ਬਿਮਾਰੀ ਨਾਲ ਮੌਤ ਆ ਸਕਦੀ ਆ। ਮਨੁੱਖ ਐਕਸੀਡੈਂਟ ਤੋਂ ਨਹੀਂ ਡਰਦਾ, ਪਰ ਐਕਸੀਡੈਂਟ ਤੋਂ ਇਸ ਕਰਕੇ ਡਰਦਾ ਕਿ ਐਕਸੀਡੈਂਟ 'ਚ ਮੌਤ ਆ ਸਕਦੀ ਆ। ਮਨੁੱਖ ਪੈਸਾ ਇਸ ਕਰਕੇ ਜੋੜਦਾ ਕਿ ਸ਼ਾਇਦ ਜਦੋਂ ਮੇਰਾ ਕੋਈ ਔਖਾ ਸਮਾਂ ਆਊਗਾ ਤਾਂ ਮੇਰਾ ਪੈਸਾ ਮੈਨੂੰ ਬਚਾ ਲਊਗਾ। ਮਨੁੱਖ ਆਪਣੇ ਦੁਆਲੇ ਵੱਡੇ ਘਰ ਵੱਡੇ ਕਿਲੇ ਤਾਂ ਉਸਾਰਦਾ ਆ ਕਿ ਮੈਂ ਮੌਤ ਤੋਂ ਬਚਿਆ ਰਹਿ ਸਕਾਂ। ਸਭ ਤੋਂ ਵੱਡਾ ਜਿਹੜਾ ਡਰ ਆ ਮੌਤ ਦਾ ਆ। ਸਭ ਤੋਂ ਵੱਡਾ ਇਸ ਮੌਤ ਦੇ ਡਰ ਤੋਂ ਮੁਕਤ ਕਿਵੇਂ ਹੋਵੇ ਬੰਦਾ, ਇਹ ਮਾੜਾ ਜਿਹਾ
ਜ਼ਰੂਰ ਗੱਲ ਕਰ ਲਓ। ਜੇ ਬੰਦਾ ਰੱਬ ਤੋਂ ਡਰਨਾ ਸ਼ੁਰੂ ਕਰ ਦੇ ਤੇ ਫਿਰ ਮੌਤ ਦਾ ਡਰ ਖਤਮ ਹੋ ਜਾਂਦਾ ਜੀ। ਹਾਂਜੀ। ਗੁਰਬਾਣੀ ਦੇ ਵਿੱਚ ਭੈ ਸ਼ਬਦ ਜਿਹੜਾ ਨਾ ਜੀ, ਭੈ ਜਾਂ ਭਉ ਸ਼ਬਦ ਦੋ ਅਰਥਾਂ 'ਚ ਆਇਆ ਜੀ। ਇੱਕ ਦੁਨੀਆ ਦੇ ਭੈ ਦੇ ਅਰਥਾਂ 'ਚ ਆਇਆ, ਇੱਕ ਪਰਮਾਤਮਾ ਦੇ ਭੈ ਦੇ ਅਰਥਾਂ 'ਚ ਆਇਆ। ਹਾਂਜੀ। ਰੱਬ ਤੋਂ ਡਰਨਾ ਗੁਣ ਹੈ, ਹਾਂਜੀ, ਔਰ ਮੌਤ ਤੋਂ ਡਰਨਾ ਜਾਂ ਦੁਨੀਆ ਤੋਂ ਡਰਨਾ ਇਹ ਔਗਣ ਹੈ। ਜੀ ਹਾਂ। ਔਰ ਜਿਹੜਾ ਰੱਬ ਤੋਂ ਡਰਨ ਲੱਗ ਗਿਆ ਉਹ ਫਿਰ ਮੌਤ ਤੋਂ ਨਹੀਂ ਡਰਦਾ। ਜਿਹੜਾ ਰੱਬ ਤੋਂ ਨਹੀਂ ਡਰਦਾ ਉਹ ਮੌਤ ਤੋਂ ਡਰਦਾ ਹੈ। ਜਿਹੜਾ ਰੱਬ ਤੋਂ ਨਹੀਂ ਡਰਦਾ ਉਹ ਮੌਤ ਤੋਂ ਉਹਨੂੰ ਮੌਤ ਤੋਂ ਡਰਨਾ ਪੈਂਦਾ ਆ। ਉਹ ਫਿਰ ਮੌਤ ਤੋਂ ਡਰਦਾ, ਉਹਦੀ ਮੌਤ ਵੀ ਬੜੀ ਬੁਰੀ ਹੁੰਦੀ, ਕੋਈ ਜਿਹੜਾ ਮੌਤ ਨੇ ਤਾਂ ਆਉਣਾ ਹੀ ਆਉਣਾ, ਪਰਮੇਸ਼ਵਰ ਦੇ ਹੁਕਮ, ਪਰਮੇਸ਼ਰ। ਪਰ ਜਿਹੜਾ ਪਰਮਾਤਮਾ ਤੋਂ ਡਰਦਾ ਆ ਉਹਦੇ ਲਈ ਮੌਤ ਵੀ ਸਹਿਲੀ ਹੋ ਜਾਂਦੀ। ਜਿਹੜੀ ਗੁਰਬਾਣੀ ਦੀ ਪੰਕਤੀ ਉਹ ਕਰੀ ਦੁਬਾਰਾ ਦੁਹਰਾ ਲਈਏ ਪੰਕਤੀ। ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨ ਹੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਸਾਹਿਬ ਮਰਨਾ ਹੋਏ। ਸੋ ਪਰਮਾਤਮਾ ਨੂੰ ਯਾਦ ਰੱਖੀਏ, ਸਾਹਿਬ ਨੂੰ ਯਾਦ ਰੱਖੀਏ, ਉਹਦੇ ਨਾਮ ਨਾਲ ਜੁੜੇ ਰਹੀਏ, ਫਿਰ ਪਰਉਪਕਾਰ ਨਾਲ ਜੁੜੇ ਰਹਾਂਗੇ। ਦੁਨੀਆ ਦੀਆਂ ਜਿਹੜੀਆਂ ਬਹੁਤ ਵੱਡੇ ਆਪਾਂ ਦੁਨੀਆ ਦੇ ਪਦਾਰਥ ਇਕੱਠੇ ਕਰਨ ਲੱਗ ਪੈਂਦੇ ਹਾਂ, ਜੇ ਰੱਬ ਯਾਦ ਰਹੇਗਾ, ਜੇ ਪਤਾ ਹੀ ਅਸੀਂ ਇੱਕ ਦਿਨ ਚਲੇ ਜਾਣਾ, ਗੁਰਬਾਣੀ ਨੇ ਉਹ ਗੱਲ ਕਹੀ ਹੈ ਨਾ ਵੀ ਜੇ ਪਤਾ ਹੀ ਹੈ ਚਲੇ ਜਾਣਾ ਤੇ ਕੁਛ ਨਾਲ ਨਹੀਂ ਜਾਣਾ, ਦੁਨੀ ਚੰਦ ਵਾਲੀ ਸੂਈ ਵੀ ਨਹੀਂ ਸੀ ਗਈ। ਤੇ ਬਾਬਾ ਬੁੱਢਾ ਸਾਹਿਬ ਦੀ ਵੀ ਆਪਾਂ ਪੜ੍ਹਦੇ ਹਾਂ ਨਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਵੀ ਇੰਨਾ ਗਿਆਨ ਭਾਈ, ਇੰਨੀ ਸਮਝ ਕਿੱਥੋਂ ਤੇ ਉਹ ਕਹਿੰਦਾ ਮਹਾਰਾਜ ਮੈਂ ਇੱਕ ਦਿਨ ਲੱਕੜਾਂ ਬਾਲਦੇ ਸੀ ਛੋਟਾ ਬਚਪਨ 'ਚ, ਤੇ ਹਾਂਜੀ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਪੁੱਤਰ ਪਹਿਲਾਂ ਛੋਟੀਆਂ ਲੱਕੜਾਂ ਨੂੰ ਅੱਗ ਲਾਈ ਦੀ ਹੈ, ਫਿਰ ਛੋਟੀਆਂ ਮੱਚਣਗੀਆਂ ਤੇ ਵੱਡੀਆਂ ਮੱਚਦੀਆਂ ਨੇ ਜੀ। ਤੇ ਮੈਨੂੰ ਸਮਝ ਆਈ ਕਿ ਮੈਂ ਵੀ ਛੋਟਾ ਹੀ ਹਾਂ ਤੇ ਮੈਨੂੰ ਬਸ ਸਮਝ ਲਿਆ ਚੰਗੇ ਬੰਨੇ ਮੱਚਣਾ ਜਾਂ ਮਾੜੇ ਬੰਨੇ ਮੱਚਣਾ, ਪਹਿਲਾਂ ਛੋਟਿਆਂ ਨੇ ਕਿਹਾ ਵੀ ਫਿਰ ਤੂੰ ਤਾਂ ਭਾਈ ਬੁੱਢਾ ਹੈ, ਸਿਆਣਾ ਹੈ। ਹਾਂਜੀ। ਮਹਾਰਾਜ ਨੇ ਨਾਮ ਬਾਬਾ ਬੁੱਢਾ ਜੀ ਰੱਖਤਾ, ਭਾਈ ਬੁੱਢਾ। ਜੀ ਹਾਂ। ਸੋ ਇੱਕੋ ਹੀ ਗੱਲ ਹੈ ਕਿ ਮੌਤ ਨੂੰ ਯਾਦ ਰੱਖੀਏ, ਪਰਮਾਤਮਾ ਯਾਦ ਰਹੇਗਾ। ਜਦੋਂ ਪਰ ਪਰਮਾਤਮਾ ਨੂੰ ਯਾਦ ਰੱਖਾਂਗੇ ਤੇ ਮੌਤ ਦੇ ਡਰ ਤੋਂ ਵੀ ਮੁਕਤ ਹੋ ਜਾਵਾਂਗੇ। ਮੌਤ ਦੇ ਡਰ ਤੋਂ ਮੁਕਤ ਹੋਣ ਦਾ ਇਹੀ ਇੱਕ ਤਰੀਕਾ, ਵੈਸੇ ਮੌਤ ਅਟਲ ਸੱਚਾਈ ਹੈ, ਇਹ ਆਉਣੀ ਆ, ਔਰ ਇਹਨੂੰ ਆਉਣੀ ਨੂੰ ਜੀ ਆਇਆਂ ਕਿੱਦਾਂ ਆਖਣਾ ਆ, ਉਹ ਤਰੀਕਾ ਸਤਿਗੁਰੂ ਨੇ ਦੱਸਿਆ ਕਿ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਇਹਨੂੰ ਆਪਾਂ ਜੀ ਆਇਆਂ ਵੀ ਆਖ ਸਕਦੇ ਹਾਂ, ਔਰ ਸੰਸਾਰ ਦੇ ਉੱਤੇ ਪਰਉਪਕਾਰ ਵਾਲੀ ਸਾਡੀ ਬਿਰਤੀ ਵੀ ਬਣੀ ਰਹਿ ਸਕਦੀ ਮੌਤ ਦੀ। ਇਸ ਗੱਲ ਨੂੰ ਯਾਦ ਰੱਖ ਕੇ ਕਿ ਇਹਨੇ ਇੱਕ ਦਿਨ ਆਉਣਾ ਹੀ ਆਉਣਾ, ਇਹਦੇ ਨਾਲ ਪਰਮਾਤਮਾ ਵੀ ਯਾਦ ਰਹਿ ਸਕਦਾ ਆ। ਸਿੰਘ ਸਾਹਿਬ ਨੇ ਬੜੇ ਸਰਲ ਸ਼ਬਦਾਂ ਦੇ ਵਿੱਚ, ਬੜੀ ਔਖੀ ਗੱਲ ਹੈ ਜਿਹੜੀ ਸਮਝਾਉਣੀ ਹੁੰਦੀ ਆ, ਪਰ ਬੜੇ ਸਰਲ ਸ਼ਬਦਾਂ 'ਚ ਸਮਝਾਈ ਆ। ਸਿੰਘ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਸਮਾਂ ਦਿੱਤਾ ਆ। ਸਤਿਗੁਰੂ ਕਿਰਪਾ ਕਰੇ ਫਿਰ ਕਦੀ ਜੁੜਾਂਗੇ, ਫਿਰ ਅਗਲੀਆਂ ਗੱਲਾਂ ਵੀ ਕਰਾਂਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਔਰ ਜਿਹੜੀਆਂ ਸੰਗਤਾਂ ਜੁੜੀਆਂ ਹੋਈਆਂ ਸੰਗਤ ਟੈਲੀਵਿਜ਼ਨ ਦੇ ਨਾਲ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇੱਕ ਵਾਰ ਖਿਮਾ ਜਾਚਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।